खुराक भाई जी सिर्फ कणक तो इलावा कोई दुनिया की ताकतवर चीज़ नहीं है। तुसी देखो कोई भी बिस्कुट बेकरी कोई चीज़ भी बनती है ਉਹਦੇ 'ਚ ਹੋਏ ਦੀ ਕਣਕ ਹੀ। ਕਣਕ ਤਾਕਤਵਰ ਚੀਜ਼ ਹੈ, ਸਭ ਤੋਂ ਅੱਛੀ ਚੀਜ਼ ਹੈ। ਅਸੀਂ ਸੁੱਕੀ ਕਣਕ ਪਾਉਂਦੇ ਹਾਂ ਇਹਨਾਂ ਨੂੰ 12 ਮਹੀਨੇ ਅਸੀਂ ਪਾਈਏ, ਰੋਜ਼ ਰਾਤ ਨੂੰ ਪਾਈਏ, ਅਸਾਂ ਕਦੇ ਭੇਜ ਕੇ ਇਹਨੂੰ ਕਣਕ ਜਾਨਵਰ ਨੂੰ ਨਹੀਂ ਪਾਈ ਜੀ। ਸੁੱਕੀ ਕਣਕ ਦਾ ਹੁੰਦਾ ਕਿ ਉਹ ਜਾਨਵਰ ਪੀਂਦਾ ਵੇ, ਪਾਣੀ ਸ਼ਾਣੀ ਪੀਂਦਾ ਵੇ, ਜਾਨਵਰ ਫੁੱਲਦਾ। ਗਰਮੀ ਆ ਗਈ ਹੈ, ਸਾਲਾਂ ਨੂੰ ਪੂਰੇ 2 ਮਹੀਨੇ ਸਾਲਾਂ ਨੂੰ 3 ਮਹੀਨੇ ਸਾਲਾਂ ਨੂੰ ਮਿੱਠਾ ਪਾਣੀ ਪੈਣਾ, ਗੁੜ ਵਾਲਾ ਜਾਂ ਨਿੰਮਕ ਪਾ ਕੇ, ਉਹ ਜਿੰਨਾ ਨਾ ਪਾਣੀ ਪੀਣਾ। ਕਣਕ ਖਾਧੀ ਤੂੰ ਪਾਣੀ ਪੀਂਦੇ ਜਾਨਵਰ ਫੁੱਲਦਾ ਜੀ। ਤੂੰ ਜਾਨਵਰ ਦਾ ਪੇਟ ਵੱਧਦਾ ਅਤੇ ਉਹਦਾ ਜਿਸਮ ਖੁੱਲ੍ਹਦਾ। ਸਾਹਮਣੇ 2 ਦੰਦ ਜਦੋਂ ਡਿੱਗਦੇ ਨੇ ਅਤੇ ਉਹ ਜਦੋਂ ਨਿਕਲਦੇ ਨੇ ਅਤੇ ਉਹ ਬਣ ਜਾਂਦਾ ਦੋਂਦਾ। ਉਹ ਉਸ ਤੋਂ ਬਾਅਦ ਉਹ ਦੰਦ ਡਿੱਗਣੇ ਨਹੀਂ, ਫਿਰ ਉਹ ਦੂਸਰੇ ਸਾਈਡਾਂ 'ਤੇ ਨਵੇਂ ਨਿਕਲਣੇ ਨੇ 2 ਦੰਦ, ਅਤੇ ਉਹ 4 ਦੰਦ ਹੋ ਜਾਣੇ ਨੇ ਵੱਡੇ, ਉਹ ਬਣ ਜਾਣਾ ਇਹ ਚੌਗਾ ਹੋ ਗਿਆ। ਐਂਡ ਦੇ 2 ਦਾ ਸਾਈਡਾਂ ਵਾਲੇ ਨਿਕਲੇ ਉਹ ਪੱਕਾ ਹੋ ਗਿਆ ਛਿੱਗਾ। ਇਹ 1.5 ਸਾਲ ਤੋਂ ਉੱਤੇ ਜਾ ਕੇ 2 ਸਾਲ ਦਾ ਛਿੱਗਾ ਬਣਦਾ, ਅਤੇ 13 ਮਹੀਨਿਆਂ ਦਾ ਦੋਂਦਾ, ਮਤਲਬ 1.5 ਸਾਲ ਦਾ, 14 ਦਾ, 15 ਦਾ ਜਾ ਕੇ ਤੇ ਚੌਗਾ ਬਣਨਾ, ਤੇ ਛਿੱਗਾ ਜਿਹੜਾ ਫਿਰ ਅੱਗੋਂ ਸਾਰੀ ਜ਼ਿੰਦਗੀ ਇਹ ਹੋਈ ਹੈ। अस्सलाम वालेकुम। वालेकुम सलाम जी। सर की हाल है? अल्लाह पाक दा करम। सब तो पहले मेरे दोस्तों नू अपना ते अपने इलाके दा तारफ करवा दियो। तहसील जिला सियालकोट, गाँव राजारपाल, ते जनाब दा किस्म ग्रामी है? लियाकत अली। लियाकत साहब, सब तो पहले मैं तुहाडा शुक्रिया अदा करांगा कि तुसी अपना कीमती वक्त निकालिया है। माशाअल्लाह तकरीबन साल हो गया है, पिछली ईद तो पहले जनाब दी वीडियो बनाई सी, आवाम ने काफ़ी ज़्यादा उन्हें पसंद किया है, तो हुण तक भी वो वीडियो देखी जा रही है। मैं सर पूछा दा कि जिहड़ा तुहाडा पिछले साल दा तजर्बा है, जिहड़े ईद उत्ते जानवर सेल कीते सन, वो तजर्बा कैसा रहा है? देखो जी, मेरा बचपन का कारोबार है। मेरा तजर्बा हर साल दे विच जानवर लियाईदे ने, उन्होंने सेल करीदा, जवान करीदा, पालीदा, उन्होंने मेहनत करीदी। अल्लाह पाक सिला दिंदा इन्हां दा, इह च कोई शक वाली गल नहीं। अगे भी बड़ियां दूजियां वीडियो मैं आम गल कीती कि ਇਹ ਨਬੀਆਂ ਦੀ ਸੁਨਨਤ ਹੈ। ਹਰ ਨਬੀ ਨੇ ਇਹਨਾਂ ਨਾਲ ਪਿਆਰ ਕੀਤਾ, ਇਹਨਾਂ ਨੂੰ ਚਾਰਿਆ, ਇਹਨਾਂ ਨਾਲ ਮਿਹਨਤ ਕੀਤੀ ਹੈ, ਤੇ ਅੱਛੇ ਤਰੀਕੇ ਨਾਲ ਇਹਨਾਂ ਨੂੰ ਮਸਾ ਰੱਖਿਆ ਜਾਏ, ਇਹਨਾਂ ਦੀ ਸੇਵਾ ਕੀਤੀ ਜਾਏ, ਤੇ ਅੱਲਾਹ ਪਾਕ ਹਰ ਕੋਈ ਵੀ ਕੰਮ ਕਰੋ ਅੱਲਾਹ ਪਾਕ ਕੋਈ 'ਚ ਬਰਕਤ ਪਾਉਂਦਾ ਹੈ। ਤੇ ਇਹ ਇਨਸਾਨ ਦੀ ਆਪਣੀ ਸੋਚ ਹੁੰਦੀ ਹੈ, ਕਿਉਂਕਿ ਉਹਨੇ ਰਿਜ਼ਕ ਹਲਾਲ ਕਰਨਾ, ਆਰਾਮ ਕਰਨਾ, ਅੱਛੇ ਤਰੀਕੇ ਨਾਲ ਕਰੋ, ਕਿਸੇ ਦਾ ਨੁਕਸਾਨ ਨਾ ਕਰੋ, ਤੇ ਰਿਜ਼ਕ ਹਲਾਲ ਹੈ। ਅੱਛਾ ਮਸ਼ਵਰਾ ਕਿਸੇ ਨੂੰ ਦੇਣਾ, ਇਹ ਵੀ ਇੱਕ ਜਿਹੜਾ ਵੇ ਬੜੀ ਅੱਛੀ ਬਾਤ ਹੈ, ਕਿਸੇ ਦੇ ਕੰਮ ਆ ਸਕਦਾ। ਦਿਲ ਵਿੱਚ ਕੋਈ ਢਿੱਡ ਵਿੱਚ ਕੋਈ ਚੀਜ਼ ਹੈ ਤੇ ਉਹਨੂੰ ਬੰਦਾ ਢਿੱਡ 'ਚ ਲੈ ਕੇ ਮਰ ਜਾਵੇ, ਕਿਸੇ ਦੇ ਕੰਮ ਹੀ ਨਾ ਆਏ, ਤੇ ਉਹਦਾ ਫਾਇਦਾ ਕੀ ਹੋ ਗਿਆ? ਤੇ ਲਿਆਕਤ ਸਾਹਿਬ, ਤੁਸੀਂ ਪਿਛਲੀ ਈਦ ਉੱਤੇ ਕਿੰਨੇ ਜਾਨਵਰ ਤਿਆਰ ਕੀਤੇ ਹਨ, ਉਹਨਾਂ ਨੂੰ ਕਿੰਨੇ ਮਹੀਨੇ ਰੱਖਿਆ ਸੀ, ਤੇ ਉਹਨਾਂ ਤੋਂ ਅਹਰਾਜਾਤ ਨਿਕਾਲ ਕੇ ਕੀ ਕੋਈ ਪ੍ਰੋਫਿਟ ਹੋ ਗਈ? ਦੇਖੋ, ਇਹ ਗੱਲ ਜਿਹੜੀ ਨਾ, ਪਿਛਲੇ ਸਾਲ ਮੈਂ ਤਕਰੀਬਨ ਮੇਰੇ ਆਪਣੇ ਜਾਨਵਰ ਜਿਹੜੇ ਸਾਡੇ 62 ਜਾਨਵਰ ਨੇ ਸਾਡੇ, ਉਹ ਸਾਰੇ ਦੇ ਸਾਰੇ ਇੱਕ ਜਾਨਵਰ ਬਚਿਆ ਸੀ, ਬਾਕੀ ਸਾਰੇ ਅਸੀਂ ਸੇਲ ਕੀਤੇ ਆ। ਹੋਰ ਮੇਰਾ ਭਾਂਜਾ ਉਹਦੇ ਜਾਨਵਰ ਵਾਲ ਕੋਈ ਤਰੀਕ ਉਹ ਵੀ ਨਾਲ ਸੇਲ ਕੀਤੇ ਆ, ਤਾਂ ਅਸਾਂ ਕੋਈ 112-14 ਜਾਨਵਰ ਸੇਲ ਕੀਤੇ ਸਨ। ਇਹ ਦਾ ਇਹ ਵੀ ਅਸੀਂ ਸਾਲ ਪੂਰਾ ਉਹਨਾਂ ਨੂੰ ਰੱਖਿਆ ਸੀ। ਐਰਕਾ ਕਰੋਨੇ ਦੀ ਵਜ੍ਹਾ ਤੋਂ ਰੌਲਾ ਬਣ ਗਿਆ, ਮਸਲਾ ਬਣ ਗਿਆ, ਤੇ ਬਾਰਡਰ ਦੀ ਹਾਲਤ ਵੀ ਖਰਾਬ ਸੀ ਇੰਡੀਆ ਨਾਲ, ਤੇ ਐਰਕਾ ਲੇਟ ਆਉਂਦੇ ਨੇ। ਐਰਕਾ ਸਾਨੂੰ ਉਹ ਜਾਨਵਰ ਲਿਆਂਦੇ 4 ਮਹੀਨੇ ਹੋ ਗਏ ਨੇ। ਹੁਣ ਉਹਨੂੰ ਤਿਆਰ ਕਰਨਾ ਹੈ, ਵੀ ਇਹ ਮਹੀਨਾ ਡੇਢ ਹੈ ਵਿੱਚ ਇਨਸ਼ਾਅੱਲਾ ਅੱਲਾਹ ਪਾਕ ਦੀ ਕਰਮ ਤੇ ਤਿਆਰ ਹੋ ਜਾਂਦੇ। ਅਬ ਜਿਹੜਾ ਸਾਡਾ ਟਾਰਗੇਟ ਉਹਦੇ ਮੁਤਾਬਕ ਇਹ ਜ਼ਰੂਰ ਪਹੁੰਚਣ ਦੇ। ਤੇ ਸੇਲ ਦਾ ਮਸਲਾ ਹੋ ਗਿਆ ਕਿ ਨਸੀਬਾਂ ਦੀ ਬਾਤ ਹੈ। ਇੱਕ ਜਾਨਵਰ ਲਿਆਣੇ ਉਹ ਆਉਂਦੇ ਬਿਮਾਰ ਹੋਇਆ, ਕਮਜ਼ੋਰ ਹੋ ਜਾਂਦਾ, ਉਹਦੀ ਉਹ ਸੇਲ ਉਹਦੇ ਲੈਵਲ ਲੇਕਿਨ ਇਹ ਸਾਡਾ ਹੁੰਦਾ ਹੈ ਅਸੀਂ ਪੂਰੀ ਰਕਮ ਨੂੰ ਜਿਹੜੀ ਉਹ ਤਕਸੀਮ ਕਰਨਾ ਵੀ ਇਹ ਜਾਨਵਰ ਸਾਨੂੰ ਕਿੰਨੇ 'ਚ ਪੈ ਰਿਹਾ, ਕਿੰਨੇ 'ਚ ਅਸਾਂ 4 ਲੱਖ ਦਾ ਹੈ, 6 ਦਾ, ਜੋ ਵੀ ਹਰ ਨਗ ਦੇ ਤੁਸੀਂ ਉਹ ਪੇਮੈਂਟ ਨੂੰ ਤਕਸੀਮ ਕਰ ਲੈਂਦੇ ਆ। ਤੇ ਬਾਅਦ 'ਚ ਐਵਰੇਜ ਵੀ ਹੁੰਦੇ, ਕੋਈ 50 ਦਾ ਵਿਕਦਾ, ਕੋਈ 60 ਦਾ ਵਿਕਦਾ, ਕੋਈ 30 ਦਾ ਵੀ ਵਿਕ ਸਕਦਾ ਵਿੱਚ। ਤੂੰ ਫਿਰ ਜਿਹੜਾ ਨਾ ਸਾਰਾ ਐਵਰੇਜ ਹੀ ਕਰ ਲਿਆ, ਕੋਈ 45 ਦਾ, 55 ਦਾ, ਇਹ ਐਵਰੇਜ ਸਾਡੀ ਆ ਨਿਕਲਦੀ ਹੈ। ਤੇ ਇਸ ਟਾਈਮ ਸਰ ਤੁਸੀਂ ਕਿੰਨੇ ਜਾਨਵਰ ਖਰੀਦੇ ਨੇ? ਇਸ ਟਾਈਮ ਮੇਰੇ ਕੋਲ 32 ਜਾਨਵਰ ਨੇ। ਮਾਸ਼ਾਅੱਲਾ ਸਰ, ਤੁਹਾਡਾ ਬੜਾ ਤਜਰਬਾ ਹੈ ਤੇ ਬੜੀ ਸੋਹਣੀ ਮਾਲੂਮਾਤ ਦਿੰਦੇ ਹੋ। ਮੈਂ ਚਾਹਾਂਗਾ ਕਿ ਅੱਜ ਦੀ ਵੀਡੀਓ ਚਾਹੇ ਲੰਬੀ ਹੋਈਏ, ਮੈਨੂੰ 2 ਹਿੱਸਿਆਂ 'ਚ ਤਕਸੀਮ ਕਰ ਲਾਂਦਾ। ਇਹਨਾਂ ਦੀ ਖਰੀਦਦਾਰੀ ਦੇ ਮੁਤਲਕ A to Z ਜਿੰਨੇ ਵੀ ਅਹਿਮ ਪੁਆਇੰਟ ਨੇ, ਕਿੱਥੋਂ ਜਾਨਵਰ ਲੈਣਾ ਹੈ, ਕਿਹੜਾ ਜਾਨਵਰ ਲੈਣਾ ਹੈ, ਕਿੰਨੇ 'ਚ ਲੈਣਾ, ਮੇਰੇ ਦੋਸਤਾਂ ਨੂੰ ਉਹ ਸਮਝਾਓ। ਇਹਦਾ ਇਹ ਵੇ ਕਿ ਮੰਡੀਆਂ ਦੇ ਮਾਹੌਲ ਹੁੰਦੇ ਨੇ। ਮੈਂ ਅੱਗੇ ਵੀ ਦੱਸਿਆ ਕਿ ਪਾਕਿਸਤਾਨ ਦੀ ਕੋਈ ਮੰਡੀ ਐਸੀ ਨਹੀਂ ਜਿਹੜੀ, ਮੇਰੇ ਕੋਲ ਪੂਰੇ ਪਾਕਿਸਤਾਨ 'ਚ ਮੰਡੀਆਂ ਮੈਂ ਚੈੱਕ ਕੀਤੀਆਂ ਨੇ, ਪਰ ਮਾਲ ਲਿਆਉਣਾ ਉਹ ਬਚਪਨ ਦਾ ਕਾਰੋਬਾਰ ਹੈ। ਮਦਰਸਾ ਮੰਡੀ ਬਹੁਤ ਮਸ਼ਹੂਰ ਨੇ, ਲੇਕਿਨ ਪਾਕਿਸਤਾਨ 'ਚ ਸਭ ਤੋਂ ਮਹਿੰਗੀ ਮੰਡੀ ਹੋਵੇ। ਜਾਨਵਰ ਉੱਥੇ ਅੱਛੇ ਨੇ। ਉਹਦੇ ਇਲਾਕੇ 'ਚ 8 ਮੰਡੀਆਂ ਲੱਗਦੀਆਂ ਨੇ ਮਦਰਸੇ ਦੇ ਦੁਆਲੇ। ਹੋਰ ਮੈਂ ਮਦਰਸੇ ਤੋਂ ਮਾਲ ਲੈਣਾ ਵਾ, ਲੇਕਿਨ ਘੱਟ ਲੈਣਾ ਵਾ। ਜਿਹੜੀਆਂ ਸਾਡਾ ਵਾਲੀਆਂ ਮੰਡੀਆਂ ਨੇ ਉੱਥੇ ਵਪਾਰੀ ਨਹੀਂ ਜਾਂਦਾ, ਪਠਾਨ ਨਹੀਂ ਜਾਂਦਾ,
ਉੱਥੋਂ ਮਾਲ ਸਸਤਾ ਮਿਲਦਾ। ਜਾਨਵਰ ਦੀ ਐਵਰੇਜ ਜੇ ਬੱਚਾ ਹੋਈ 12-13 ਦੇ ਵਿੱਚ ਬੱਚਾ ਮਿਲ ਜਾਂਦਾ। ਉਹ ਖਰਚਾ ਪਾ ਪੂ ਕੇ ਚਲੋ ਘਰ ਆ ਕੇ 14 ਵਿੱਚ ਆ ਗਿਆ, 13.5 'ਚ ਆ ਗਿਆ। ਉਹਦੇ ਨਾਲ ਇਹ ਹੁੰਦਾ ਬੰਦਾ ਕੋਸ਼ਿਸ਼ ਕਰੇ ਤੇ ਉੱਥੋਂ ਮੰਡੀ 'ਚ ਮਾਲ ਸਸਤਾ ਵੀ ਮਿਲ ਸਕਦਾ। ਛੋਟਾ ਬੱਚਾ ਲੈ ਲਓ ਤੇ ਅਸੀਂ ਬੱਚੇ ਲੈਂਦੇ ਜਿਹੜਾ ਦੋਂਦਾ ਲੱਗ ਜੇ ਸਾਲ ਤੇ ਆ ਕੇ। ਇਹ 13 ਮਹੀਨੇ ਦਾ ਦੋਂਦਾ ਲੱਗਦਾ, ਜਿਹੜਾ ਬਾਹਰ ਫਿਰਦਾ ਟੁਰਦਾ ਉਹ 13 ਦਾ, ਜਿਹੜਾ ਘਰ ਵਿੱਚ ਰੱਖਿਆ ਉਹ 14 ਦਾ ਹੁੰਦਾ। ਕਿਉਂਕਿ ਬਾਹਰ ਫਿਰਨੇ ਵਾਲਾ ਜਾਨਵਰ ਕਿਤੇ ਡਾਹ ਨਹੀਂ ਖਾਂਦਾ, ਕਿਸੇ ਦਰਖਤ ਨੂੰ ਚੱਕ ਮਾਰਦਾ, ਜਾਂ 100 ਚੀਜ਼ਾਂ ਹੁੰਦੀਆਂ ਨੇ ਉਹਦੇ ਨਾਲ ਹਰਕਤ ਦੰਦ ਦੀ ਜ਼ਿਆਦਾ ਹੁੰਦੀ ਰਹਿੰਦੀ ਹੈ। 1 ਮਹੀਨਾ ਪਹਿਲੇ ਲੱਗ ਜਾਂਦਾ ਦੋਂਦਾ। ਤੇ ਜਿਹੜਾ ਇਹ ਅੱਗੇ ਜਾ ਕੇ ਛਿੱਗਾ ਲੱਗਦਾ ਇਹ ਫਿਰ 1.5 ਸਾਲ ਉੱਤੇ ਹੁੰਦਾ। ਫਿਰ ਛਿੱਗਾ ਚੌਗਾ ਲੱਗ ਗਿਆ, ਛਿੱਗਾ ਲੱਗ ਗਿਆ। 6 ਦੰਦ ਨੇ ਟੋਟਲੀ, ਉਹ ਹਰ ਬੰਦੇ ਨੂੰ ਤਜਰਬਾ ਹੁੰਦਾ ਵੇ ਇਹਦੇ ਦੰਦ ਹੈ ਛੋਟੇ ਨੇ ਬਰਾਬਰ ਨੇ। ਇਹ 1.5 ਸਾਲ ਤੋਂ ਉੱਤੇ ਹੋ ਗਏ ਤੇ ਫਿਰ ਕੁਰਬਾਨੀ ਦਾ ਜਿਹੜਾ ਇਹਦੀ ਇਹੋ ਹੀ ਟਾਰਗੇਟ। ਸਰ ਤੁਸੀਂ ਜ਼ਿਕਰ ਕੀਤਾ ਮਦਰਸਾ ਮੰਡੀ ਹੈ ਮਹਿੰਗੀ ਹੈ ਜੀ ਜੀ। ਉਹਦੇ ਇਰਦ ਗਿਰਦ ਕਿਹੜੀਆਂ ਐਸੀਆਂ ਮੰਡੀਆਂ ਨੇ ਜਿੱਥੋਂ ਜਾਨਵਰ ਅੱਛਾ ਮਿਲ ਜਾਂਦਾ ਹੈ ਤੇ ਮੁਨਾਸਬ ਕੀਮਤ ਵਿੱਚ ਮਿਲ ਜਾਂਦਾ ਹੈ? ਮੁਨਾਸਬ ਇੱਕ ਮਦਰਸਾ ਮੰਡੀ ਜਿਹੜੀ ਉਹਦੇ ਤੋਂ ਕੋਈ 4-4 ਮੀਲ 6-6 ਮੀਲ ਸਾਈਡਾਂ ਤੇ ਮੰਡੀਆਂ ਨੇ। ਉਹ ਜਾਨਵਰ ਉਹੀ ਨੇ, ਉਹੀ ਵਪਾਰੀ ਲੈ ਕੇ ਜਾਂਦਾ, ਉਹੀ ਜਾਨਵਰ ਹੈ। ਵਜ੍ਹਾ ਹੈ ਕਿ ਮਦਰਸੇ ਦਾ ਇੱਕ ਨਾਂ ਚੱਲ ਗਿਆ ਹੈ। ਉਹ ਮੰਡੀਆਂ ਉਸ ਤੋਂ ਵੀ ਕਾਮਯਾਬ ਨੇ। ਲੇਕਿਨ ਪਠਾਨ ਆਉਂਦਾ ਵੇ ਜਿਹੜਾ ਬਾਹਰ ਦਾ, ਇਹ ਪਠਾਨ ਉੱਥੇ 10-10 20-20 ਗੱਡੀਆਂ ਲੈ ਕੇ ਆਉਂਦੇ ਨੇ। ਪਠਾਨ ਤੋਂ ਖਰੀਦ ਕੇ ਮਾਲ ਖੜਦੇ ਨੇ। ਮਾਲ ਉਹ ਦਿਹਾਤੀ ਮਾਹੌਲ ਦਾ ਹੁੰਦਾ, ਉਹਨਾਂ ਦਾ ਕਾਰੋਬਾਰ ਹੀ ਇਹ ਵੀ ਲੋਕਾਂ ਦਾ ਉਸ ਇਲਾਕੇ ਦੇ ਵਿੱਚ ਹੈ ਹੀ ਬੱਕਰੀ ਤੇ ਗਾਈ ਹੀ। ਉਹਨਾਂ ਲੋਕਾਂ ਨੇ ਇਸ ਮਾਲ ਨੂੰ ਸੇਲ ਕਰਨਾ ਹੈ ਉਹ ਆਪਣੀ ਜ਼ਰੂਰਤ ਦੇ ਮੁਤਾਬਕ। ਤੇ ਜਿਹੜੇ ਲੋਕ ਨੇ ਪਠਾਨ, ਇਹਨਾਂ ਨੇ 2-2 4-4, ਮੈਂ ਦੇਖਿਆ 2 ਬੰਦੇ 6 ਗੱਡੀਆਂ ਲੈ ਕੇ ਮਾਲ ਲੱਗੇ ਨੇ। ਕਿਉਂਕਿ ਜਿੱਥੇ ਵਪਾਰੀ ਆਉਂਦਾ ਬਾਹਰ ਦਾ ਉੱਥੇ ਮਾਲ ਮਹਿੰਗਾ ਹੁੰਦਾ। ਅਸੀਂ ਉਹ ਮੰਡੀ ਛੱਡ ਦਿੰਦੇ ਹਾਂ ਦੂਸਰੀਆਂ ਮੰਡੀਆਂ ਨਾਲ। ਇਹ ਹਫ਼ਤਾ ਲੱਗਦੀ ਹੈ ਮਦਰਸਾ ਨਾਲ। ਭਾਵਨ ਨਗਰ ਤੋਂ 4 ਕਿਲੋਮੀਟਰ ਪਿੱਛੇ ਇਤਵਾਰ ਮੰਡੀ ਲੱਗ ਬੋਲਦਾ ਤਾਂ ਨਾ ਇਤਵਾਰ ਮੰਡੀ ਹੈ। ਗੱਡੀ ਦੀ ਲੈਲ ਤੇ ਮੰਡੀ ਲੱਗਦੀ, ਬੜੀ ਮੰਡੀ ਮਦਰਸੇ ਨਾਲ ਵੀ ਵੱਡੀ ਮੰਡੀ ਹੈ। ਉੱਥੋਂ ਅਸੀਂ ਲੈਂਦੇ ਹਾਂ। ਪੂਰਾ ਲੁੱਡਣ ਮੰਡੀ ਹੈ ਨਾਲ। ਇੱਕ ਉਹ ਨਾ ਮੈਨੂੰ ਇਹਨਾਂ ਮੰਡੀਆਂ ਦੇ ਨਹੀਂ ਜ਼ਿਆਦਾ ਯਾਦ ਇਸ ਵਾਸਤੇ ਕਿ ਮੈਂ ਉੱਥੇ ਜਾਣਾ, ਮੇਰਾ ਉੱਥੇ ਘਰ ਬੂਆ ਸੀ, ਉੱਥੇ ਮੋਟਰਸਾਈਕਲ ਲੈਣੀ ਹੈ। ਅਸਾਂ ਮੰਡੀਆਂ ਜਿਹੜੀਆਂ ਸਾਰੀ ਚੈੱਕ ਕਰ ਲੈਣੀਆਂ। ਹਰ ਰੋਜ਼ ਦੀ ਮੰਡੀ ਜਿੱਥੋਂ ਮਾਲ ਚੰਗਾ ਲੱਗਾ, ਪਸੰਦ ਆ ਗਿਆ, ਉਹ ਲਿਆ ਘਰ ਲੈਂਦਾ। ਉਹ 8 ਮੰਡੀਆਂ ਜੁਮੇਲ ਦਿਨ ਅੱਧੀ ਮੰਡੀ ਲੱਗਦੀ ਹੈ 12 ਵਜੇ ਤੱਕ। ਤੇ ਟੋਟਲ ਜਿਹੜੇ 6 ਦਿਨ ਪਿਛਲੇ ਨੇ 7, ਉਹ ਹਰ ਰੋਜ਼ ਸ਼ਾਮ ਤੱਕ ਮੰਡੀ ਰਹਿੰਦੀ ਹੈ। ਇਹ ਲਿਆਕਤ ਸਾਹਿਬ, ਈਦ ਵਾਸਤੇ ਜਿਹੜਾ ਜਾਨਵਰ ਤਿਆਰ ਕਰਨਾ ਹੈ ਬੱਕਰਾ, ਉਹਦੀ ਕਿੰਨੀ ਕੁ ਉਮਰ ਹੋਏ ਤੇ ਉਹਦੀ ਖਰੀਦਦਾਰੀ ਦੇ ਮੁਤਲਕ ਦੱਸੋ। ਜਿਹੜਾ ਜਾਨਵਰ ਵਧਣ ਫੁੱਲਣ ਵਾਲਾ ਹੁੰਦਾ ਉਹਦੀਆਂ ਕੋਈ ਨਿਸ਼ਾਨੀਆਂ? ਸਭ ਤੋਂ ਪਹਿਲੇ ਤੇ ਇਹ ਗੱਲ ਹੈ ਕਿ ਜਾਨਵਰ ਦੇਖੋ ਜਦੋਂ ਕੋਈ ਚੀਜ਼ ਲੈਂਦੇ ਹੋ ਜੇ ਥੋੜਾ ਜਿਹਾ ਉਹਦਾ ਹੱਡ ਮੋਟੇ ਹੋਣ, ਖੁੱਲੇ ਹੋਣ, ਜਾਨਵਰ ਥੋੜਾ ਜਿਹਾ ਜਾਨ ਵਿੱਚ ਹੋਏ। ਬੱਚਾ ਲੈਣਾ ਤੇ ਉਹ ਇਹ ਸੁੱਕਾ ਥੋੜਾ ਨਾ ਉਹਨੂੰ ਦੁੱਧ ਦੀ ਮਾਰ ਆਈ ਹੋਏ, ਕੋਈ 8 ਮਹੀਨੇ ਦਾ ਹੋਏ ਤੇ ਉਹ ਲੱਗਿਆ ਜੀ 2 ਮਹੀਨੇ ਦਾ। ਜਾਨਵਰ ਮੋਟਾ ਤਾਦਾ ਹੋਏ ਉਹਦੇ ਵਿੱਚ ਜਿਹੜਾ ਵੇ ਵਧਣਾ ਫੁੱਲਾ ਤੋਂ ਨਹੀਂ ਹੈ। ਤੇ ਜਿਹਦਾ ਕੱਦ ਹੀ ਕੋਈ ਨਹੀਂ ਉਹਨੇ ਬਣਨਾ ਕੀ ਚੀਜ਼ ਹੈ। ਮੋਟੇ ਤਾਦੇ ਦੀ ਇਹ ਨਿਸ਼ਾਨੀ ਹੁੰਦੀ ਹੈ। ਜਾਨਵਰ ਜਦੋਂ ਲੈਣਾ ਵੇ ਕੋਸ਼ਿਸ਼ ਕਰੋ, ਵੇਖੋ ਕਿ ਜਾਨਵਰ 4-5 ਮਹੀਨੇ ਦਾ ਹੈ, 13 ਮਹੀਨਿਆਂ ਤੋਂ ਘੱਟ ਦੋਂਦਾ ਨਹੀਂ ਲੱਗੇਗਾ, ਵੱਧ ਸਕਦਾ। ਇਹ ਸਮਝੋ ਕਿ ਸਾਲ ਬਾਅਦ ਈਦ ਤੇ ਜਾਨਵਰ ਜਦੋਂ ਵੀ ਲਵੋ 8 ਮਹੀਨੇ ਦਾ 6 ਮਹੀਨੇ ਦਾ ਇਹ ਜਾਨਵਰ ਹੋਣਾ ਚਾਹੀਦਾ ਪਹਿਲੇ ਬੱਚਾ। ਛੋਟਾ ਬੱਚਾ ਕੁਰਬਾਨੀ ਨਹੀਂ ਲੱਗੇਗਾ। ਯਾਨੀ ਕਿ ਇਹ ਜਿਹੜਾ ਦੋਂਦਾ 13 ਮਹੀਨੇ ਚ ਲੱਗਦਾ, 13 ਮਹੀਨੇ ਦਾ ਹੋਏਗਾ ਤੇ ਫੇਰ ਹੀ ਕੁਰਬਾਨੀ ਲੱਗੇਗਾ। 13-14 ਮਹੀਨੇ ਦਾ। ਹਾਂ ਬਿਲਕੁਲ। ਤੇ ਸਰ ਜਿਹੜਾ 6-7 ਮਾਹ ਦਾ ਤੁਸੀਂ ਜਾਨਵਰ ਲੈਂਦੇ ਹੋ ਉਹਦੀ ਕੀਮਤ ਕਿੰਨੀ ਕੁ ਹੋਏ ਤੇ ਉਹਦੀ ਕੀਮਤ ਮੁਨਾਸਬ ਹੈ? ਅਸੀਂ ਉਹ ਮਸਲ ਮੰਡੀ ਦੇ ਵਿੱਚ ਜਾਂਦੇ ਹਾਂ, ਵੇਖਦੇ ਅਸੀਂ 6-7 ਮਹੀਨੇ ਦਾ ਜਾਨਵਰ ਅਸੀਂ 12 ਦੀ ਐਵਰੇਜ ਲੈਂਦੇ। ਲੇਕਿਨ ਅਸੀਂ ਲੈਂਦੇ ਹਾਂ ਉਹ 4-5 ਮਹੀਨੇ ਦਾ ਪਹਿਲੇ ਹੁੰਦਾ ਵੇ। ਅਸੀਂ ਈਦ ਫੌਰੀ ਬਾਅਦ ਚ ਲੈਂਦੇ ਹਾਂ, ਸਾਲ ਈਦ ਬਾਅਦ ਪਿੱਛੇ ਹੁੰਦੀ ਹੈ। ਸਾਡਾ ਉਹ 14 ਮਹੀਨਿਆਂ ਦੇ ਵਿੱਚ ਆ ਜਾਂਦਾ। ਅਸੀਂ ਆਪਣੀ ਐਵਰੇਜ ਸਮਝਦੇ ਕਿ 4 ਮਹੀਨੇ ਦਾ, 3 ਦਾ, 2 ਦਾ ਹੀ ਸਮਝ ਲਓ ਭਾਵੇਂ ਹੋਏ। ਲੇਕਿਨ 2-3 ਦਾ ਤੇ ਆਪ ਹੀ ਨਜ਼ਰ ਆਉਂਦਾ ਨਾ। ਉਹ 3-4 ਮਹੀਨੇ ਦਾ ਹੁੰਦਾ ਤੇ ਅੱਗੇ ਪਿੱਛੇ 12 ਮਹੀਨੇ ਈਦ ਹੁੰਦੇ। ਅਸੀਂ ਤੋਂ ਫੌਰੀ 10 ਦਿਨ ਤੋਂ ਬਾਅਦ ਖਰੀਦਦਾਰੀ ਕਰ ਲੈਂਦੇ ਬੱਚੇ। ਇਸ ਵਾਸਤੇ ਕਰਕੇ ਉਹ ਸਾਡੇ ਕੋਲ ਆ ਕੇ ਉਹ 1.5 ਸਾਲ ਦਾ ਹੋ ਜਾਂਦਾ। ਤੇ ਸਰ ਇਹ ਜਿਹੜੀ ਖਰੀਦਦਾਰੀ ਤੁਸੀਂ ਇਸ ਦਫਾ ਕੀਤੀ ਹੈ, ਕੋਈ ਹਾਲਾਤ ਦੀ ਵਜ੍ਹਾ ਤੋਂ ਤੁਸੀਂ ਲੇਟ ਕੀਤੀ ਹੈ ਜੀ। ਇਹ ਜਿਹੜੇ ਜਾਨਵਰ ਲਏ ਨੇ ਇਹਨਾਂ ਦੀ ਉਮਰ ਕਿੰਨੀ ਸੀ ਤੇ ਇਹ ਐਵਰੇਜ ਤੁਹਾਨੂੰ ਫੀ ਜਾਨਵਰ ਕਿੰਨੇ ਦਾ ਮਿਲਿਆ? ਇਹ ਜਿਹੜੇ ਜਾਨਵਰ ਮੈਂ ਖਰੀਦੇ ਨੇ ਤੇ ਮੇਰਾ ਆਪਣਾ ਇਹ ਨਜ਼ਰੀਆ ਸੀ ਕਿ ਅਸੀਂ ਈਦ ਦੇ ਨੇੜੇ 5 ਮਹੀਨੇ ਚੀਜ਼ ਰਹਿ ਗਈ ਪਿੱਛੇ। ਅਸਾਂ ਇਹ ਜਾਨਵਰ ਲਏ ਹੋਏ ਦੋਂਦੇ ਨੇ, ਉੱਥੋਂ ਹੀ ਦੋਂਦੇ ਖਰੀਦੇ ਸਨ। ਤੇ ਜਿਹੜੇ ਰਹਿੰਦੇ ਹਨ ਪੱਕੇ ਖੀਰੇ ਹੁੰਦੇ ਨੇ, ਪੱਕੇ ਖੀਰੇ ਦਾ ਬੁਨਿਆਦ ਕੋਲ ਦੰਦ ਵਿੱਚ ਸ਼ੇਰ ਬਣ ਜਾਂਦੀ ਹੈ। ਜਿਹੜੇ ਸਾਹਮਣੇ 2 ਦੰਦ ਨੇ ਸ਼ੇਰ ਆ ਜਾਂਦੀ ਹੈ। ਜਿਹੜੇ ਦੰਦ ਵਿੱਚ ਸ਼ੇਰ ਆਈਏ ਤੇ ਉਹ ਸਮਝੋ ਕਿ 15 ਦਿਨਾਂ ਤੇ ਮਹੀਨੇ ਦੇ ਵਿੱਚ ਇਹ ਦੋਂਦਾ ਬਣ ਜਾਣਾ। ਜੇ ਸ਼ੇਰ ਨਹੀਂ ਹੈ ਉਹ ਦੋਂਦਾ ਨਹੀਂ ਬਣਦਾ। ਇਹ ਜਿਹੜਾ ਸਰ ਤੁਸੀਂ ਨਾਂ ਲੈ ਰਹੇ ਹੋ ਸ਼ੇਰ, ਇਹਦੇ ਤੋਂ ਮੁਰਾਦ ਵਿੱਚ ਕੋਈ ਖਾਲੀ ਜਗ੍ਹਾ? ਦੰਦ ਇਸ ਤਰ੍ਹਾਂ ਹੁੰਦੇ ਨੇ ਤੇ ਉਹਨਾਂ ਚੇਂਜ ਵਿਰਲ ਪੈ ਜਾਂਦੀ ਹੈ। ਅੱਛਾ, ਸਾਹਮਣੇ ਦੂਧ ਦਾ ਠੀਕ ਹੈ। ਜਦੋਂ ਵਿਰਲ ਪੈ ਜਾਂਦੇ 2-3 ਦਿਨ ਦੇ ਬਾਅਦ ਉਹ ਦੰਦ ਜਿਹੜੇ ਨੇ
ਉਹ ਹਿੱਲਣਾ ਸ਼ੁਰੂ ਕਰ ਦਿੰਦੇ ਨੇ, ਉਹ ਡਿੱਗ ਪੈਂਦੇ ਨੇ ਆਟੋਮੈਟਿਕ, ਪਤਾ ਹੀ ਲੱਗਦਾ। ਠੀਕ ਹੈ। ਅੱਛਾ ਸਰ, ਮੇਰੇ ਦੋਸਤਾਂ ਨੂੰ ਥੋੜਾ ਦੋਂਦੇ ਦਾ ਖੀਰਾ, ਦੋਂਦਾ, ਚੋਗਾ ਤੇ ਛਿਗਾ ਇਹਦੇ ਬਾਰੇ ਚ ਸਮਝਾਓ ਕਿ ਇਹ ਕੀ ਚੀਜ਼ ਹੈ। ਦੇਖੋ ਗੱਲ ਇਹ ਕਿ ਟੋਟਲੀ ਇਹਦੇ ਦੰਦ ਹੁੰਦੇ ਨੇ 6 ਜਾਨਵਰ ਦੇ। ਜਿਹੜੇ ਸਾਹਮਣੇ 2 ਦੰਦ ਨੇ ਉਹ ਬਰਾਬਰ ਹੁੰਦੇ ਨੇ, ਦੂਜੇ ਦੰਦਾਂ ਨੂੰ ਤੋਂ ਜੀ ਵੱਡੇ ਹੁੰਦੇ ਨੇ ਉਹ। ਲੇਕਿਨ ਅੱਲਾ ਦਾ ਨਿਜ਼ਾਮ ਹੈ, ਬਹੁਤ ਖੂਬਸੂਰਤ ਹੁੰਦੇ ਨੇ, ਗਲਿਆਈ ਵਿੱਚ ਹੁੰਦੇ ਨੇ। ਸਾਹਮਣੇ 2 ਦੰਦ ਜਦੋਂ ਡਿੱਗਦੇ ਨੇ ਤੇ ਉਹ ਜਦੋਂ ਨਿਕਲਦੇ ਨੇ ਤੇ ਉਹ ਬਣ ਜਾਂਦਾ ਦੋਂਦਾ। ਉਹ ਉਸ ਤੋਂ ਬਾਅਦ ਉਹ ਦੰਦ ਡਿੱਗਣੇ ਨਹੀਂ, ਫਿਰ ਉਹ ਦੂਸਰੇ ਸਾਈਡਾਂ ਤੇ ਨਵੇਂ ਨਿਕਲਣੇ ਨੇ 2 ਦੰਦ, ਤੇ ਉਹ 4 ਦੰਦ ਹੋ ਜਾਣੇ ਨੇ ਵੱਡੇ, ਉਹ ਬਣ ਜਾਣਾ ਇਹ ਚੌਗਾ ਹੋ ਗਿਆ। ਐਂਡ ਦੇ 2 ਦਾ ਸਾਈਡਾਂ ਵਾਲੇ ਨਿਕਲੇ ਉਹ ਪੱਕਾ ਹੋ ਗਿਆ ਛਿੱਗਾ। ਇਹ 1.5 ਸਾਲ ਤੋਂ ਉੱਤੇ ਜਾ ਕੇ 2 ਸਾਲ ਦਾ ਛਿੱਗਾ ਬਣਦਾ, 13 ਮਹੀਨਿਆਂ ਦਾ ਦੋਂਦਾ, ਮਤਲਬ 1.5 ਸਾਲ ਦਾ, 14 ਦਾ, 15 ਦਾ ਜਾ ਕੇ ਤੇ ਚੌਗਾ ਬਣਨਾ, ਤੇ ਛਿੱਗਾ ਜਿਹੜਾ ਫਿਰ ਅੱਗੋਂ ਸਾਰੀ ਜ਼ਿੰਦਗੀ ਹੋਈ ਹੈ। ਕੁਛ ਲੋਕ ਅੱਗੋਂ ਪੁੱਛਦੇ ਨੇ ਦੀ ਖੁਰਾਕ ਭਾਈ ਜੀ, ਇਹ ਸਿਰਫ ਕਣਕ ਤੋਂ ਇਲਾਵਾ ਕੋਈ ਦੁਨੀਆ 'ਚ ਤਾਕਤਵਰ ਚੀਜ਼ ਨਹੀਂ ਹੈ। ਇਹ ਤੁਸੀਂ ਇਹ ਦੇਖੋ, ਕੋਈ ਵੀ ਬਿਸਕੁਟ ਬੇਕਰੀ ਕੋਈ ਚੀਜ਼ ਵੀ ਬਣਦੀ ਹੈ ਉਹਦੇ 'ਚ ਹੋਏ ਦੀ ਕਣਕ ਹੀ। ਕਣਕ ਤਾਕਤਵਰ ਚੀਜ਼ ਹੈ, ਸਭ ਤੋਂ ਅੱਛੀ ਚੀਜ਼ ਹੈ। ਅਸੀਂ ਸੁੱਕੀ ਕਣਕ ਪਾਉਂਦੇ ਹਾਂ ਇਹਨਾਂ ਨੂੰ, 12 ਮਹੀਨੇ ਅਸੀਂ ਪਾਈਏ, ਰੋਜ਼ ਰਾਤ ਨੂੰ ਪਾਈਏ, ਅਸਾਂ ਕਦੇ ਭੇਜ ਕੇ ਇਹਨੂੰ ਕਣਕ ਜਾਨਵਰ ਨੂੰ ਨਹੀਂ ਪਾਈ। ਸੁੱਕੀ ਕਣਕ ਦਾ ਹੁੰਦਾ ਕਿ ਉਹ ਜਾਨਵਰ ਪੀਂਦਾ ਵੇ, ਪਾਣੀ ਸ਼ਾਣੀ ਪੀਂਦਾ ਵੇ, ਜਾਨਵਰ ਫੁੱਲਦਾ। ਗਰਮੀ ਆ ਗਈ ਹੈ, ਸਾਲਾਂ ਨੂੰ ਪੂਰੇ 2 ਮਹੀਨੇ, ਸਾਲਾਂ ਨੂੰ 3 ਮਹੀਨੇ, ਸਾਲਾਂ ਨੂੰ ਮਿੱਠਾ ਪਾਣੀ ਪੈਣਾ, ਗੁੜ ਵਾਲਾ ਜਾਂ ਨਿੰਮਕ ਪਾ ਕੇ, ਉਹ ਜਿੰਨਾ ਨਾ ਪਾਣੀ ਪੀਣਾ। ਕਣਕ ਖਾਧੀ ਤੂੰ ਪਾਣੀ ਪੀਂਦੇ ਜਾਨਵਰ ਫੁੱਲਦਾ, ਜਦੋਂ ਜਾਨਵਰ ਦਾ ਪੇਟ ਵੱਧਦਾ ਤੇ ਉਹਦਾ ਜਿਸਮ ਖੁੱਲ੍ਹਦਾ। ਇਹ ਚੀਜ਼ਾਂ ਨੇ। ਤੇਲ ਛਿਲ ਅਸੀਂ ਦਿੰਦੇ ਇਹਨਾਂ ਨੂੰ, ਸਰੋਂ ਦਾ ਤੇਲ ਦਿੰਦੇ ਆ। ਹੁਣ ਤਾਂ ਮੌਸਮ ਖਰਾਬ ਹੋ ਗਿਆ, ਗਰਮੀ 'ਚ ਅਸੀਂ ਤੇਲ ਦਿੰਦੇ ਇਹਨਾਂ ਨੂੰ। ਉਸ ਤੋਂ ਇਲਾਵਾ ਕੁਝ ਲੋਕ ਸੱਜਣ ਸਾਥੀ ਪੁੱਛਦੇ ਨੇ ਕਿ ਜਿਹੜਾ ਕੌੜਾ ਤੇਲ ਹੈ, ਤਾਰੇ ਮੀਰੇ ਦਾ ਤੇਲ ਅਸੀਂ ਉਹਨੂੰ ਆਨੇ ਆ। ਕੜਵਾ ਤੇਲ ਮੇਰਾ ਵੀਰ ਇਹਨੂੰ ਨਹੀਂ ਦੇਈਦਾ, ਇਹਨੂੰ ਇੱਕ ਸਟਾਕੀ ਤੇਲ ਦੇ ਦਿਓ, ਇਹਦਾ ਕਲੇਜਾ ਪਾੜ ਛੜੇਦਾ। ਉਹ ਇੰਨਾ ਅਸਲੀ ਤੇਲ ਹੋਏ। ਇਹ ਮੇਰੇ ਕਈ ਦੋਸਤਾਂ ਨੇ ਗਾਈਆਂ ਮਰ ਗਈਆਂ ਉਹਦਾ। ਮੇਰਾ ਇੱਕ ਬੇਲੀ ਆ ਨਾਲ ਕੋੜੇ ਪਿੰਡ, ਉਹਨੇ ਗਾਈ ਨੂੰ ਮੇਰੇ ਕੋਲ ਤੇਲ ਉਹਨੇ ਲਿਆ, ਉਹਨੇ ਗਾਈ ਨੂੰ ਪਾ ਤੇਲ ਦਿੱਤਾ, ਗਾਈ 15 ਮਿੰਟਾਂ 'ਚ ਕਲੇਜਾ ਪਾੜ ਗਈ। 2 ਗਾਈਆਂ ਤਾਂ 2 ਇਕੱਠੀਆਂ ਮਰ ਗਈਆਂ। ਇਹ ਤੇਲ ਜਿਹੜਾ ਵੇ ਇਹਦੇ ਵਿੱਚ ਲੱਸੀ 'ਚ ਮਿਕਸ ਕਰੋ, ਇੱਕ ਸਟਾਕੀ ਤੇਲ ਗਾਈ ਵਾਸਤੇ ਵੇ, ਜਾਂ ਅੱਧ ਪਾ ਤੇਲ ਦੇ ਨਾਲ ਕਿਲੋ 'ਚ ਦੁੱਧ ਪਾਓ ਜਾਂ ਲੱਸੀ ਪਾਓ, ਉਹ ਫਿਰ ਜਾਨਵਰ ਨੂੰ ਦਿਓ। ਇਹ ਕੌੜੇ ਤੇਲ ਦਾ ਮਕਸਦ ਜਾਨਵਰ ਨੂੰ ਦੇਣ ਦਾ ਇੱਕ ਹੀ ਹੈ ਕਿ ਇਹਨੂੰ ਚਿਚੜੀਆਂ ਪੈਂਦੀਆਂ ਨੇ, ਪਿੱਸੂ ਪੈਂਦੇ ਨੇ। ਗਾਈਆਂ ਨੂੰ ਮੋਮਨ ਚਿਚੜੀ ਬਹੁਤ ਜ਼ਿਆਦਾ ਪੈਂਦੀ ਹੈ, ਇਹਦਾ ਮਤਲਬ ਬੰਦਾ ਵੇਖ ਕੇ ਵਫਾਦਾਰ ਹੋ ਜਾਂਦਾ। ਉਹਦੇ ਵਾਸਤੇ ਜਿਹੜਾ ਇਹ ਤਾਰੇ ਮੀਰੇ ਦਾ ਤੇਲ ਦਿੱਤਾ ਜਾਂਦਾ। ਉਹ ਜੋ ਖੁਰਾਕ ਸਮਝ ਕੇ ਨਹੀਂ, ਖੁਰਾਕ ਸਮਝ ਕੇ ਜਾਂ ਇਹਦੀ ਤਾਕਤ ਇੱਕ ਸਰੋਂ ਦਾ ਤੇਲ ਦੇਣਾ, ਤੇ ਜਾਂ ਤੁਸੀਂ ਮਿੱਠਾ ਤੇਲ, ਤਿਲਾਂ ਦਾ ਤੇਲ ਹੈ, ਉਹ ਸਿਆਲ 'ਤੇ ਦੇ ਸਕਦੇ ਹੋ। ਅੱਛੀ ਚੀਜ਼, ਉਹ ਬਹੁਤ ਤਾਕਤਵਰ ਚੀਜ਼ ਹੈ ਸਿਆਲ 'ਚ। ਹੋਰ ਮਜ਼ੀਦ ਜਿਹੜੀਆਂ ਚੀਜ਼ਾਂ ਨੇ ਉਹ ਖੁਰਾਕ ਜਿਹੋ ਜਿਹੀ ਐਡੀ ਫੀਲਡ ਫੂਡ, ਅਗਰ ਬੰਦਾ ਕੋਈ ਫੀਲਡ ਪਾਣੀ ਚਾਹੁੰਦਾ, ਜਿਹੜੀ ਆ ਅੱਜ ਕੱਲ੍ਹ ਬਣਦੀ ਪਈ, ਤੇ ਫੀਲਡ ਦਾ ਇਹ ਮਸਲਾ ਕਿ ਡਾਕਟਰ ਆਪਣਾ ਹੋਣਾ ਚਾਹੀਦਾ ਘਰ ਵਿੱਚ। ਉਹਦੇ ਨਾਲ ਜਰਾਸੀਮ, ਉਹਦੇ ਨਾਲ ਬਿਮਾਰੀਆਂ ਵੱਧਦੀਆਂ ਨੇ, ਕਿਉਂਕਿ ਖੁਰਾਕ ਹੀ ਉਸ ਕਿਸਮ ਦੀ ਹੈ ਜਿਹੜੀ ਤੁਹਾਡੀ ਸਾਦੀ ਖੁਰਾਕ ਹੈ। ਬਾਹਰ ਚਾਰਿਆ, ਘਰ ਪੱਤਰ ਪਾ ਲਿਆ, ਘਰ ਥੋੜੀ ਚੋਕਰ ਪਾ ਲਿਆ, ਇਹਦੇ ਨਾਲ ਡਾਕਟਰ ਦੀ ਲੋੜ ਨਹੀਂ ਪੈਂਦੀ, ਕਿਉਂਕਿ ਸਿੱਧਾ ਮਸਲਾ। ਲਿਆਕਤ ਸਾਹਿਬ, ਤੁਸੀਂ ਜ਼ਿਕਰ ਕੀਤਾ ਜਿਹੜੀ ਗੰਦਮ ਹੈ ਸਭ ਤੋਂ ਤਾਕਤਵਰ ਖੁਰਾਕ ਹੈ ਇਹਨਾਂ ਵਾਸਤੇ। ਤੁਹਾਡੀ ਗੱਲ ਬਜਾਏ, ਜਦੋਂ ਇੱਕ ਜਾਨਵਰ ਤੁਸੀਂ 6 ਤੋਂ 8 ਮਹੀਨੇ ਦਾ ਲੈ ਕੇ ਆਉਣਾ ਹੈ, ਉਹਨੂੰ ਸਾਲ ਕ ਰੱਖਣਾ ਹੈ, ਸ਼ੁਰੂ 'ਚ ਉਹਨੂੰ ਕਿੰਨੀ ਗੰਦਮ ਦੇਣੀ ਹੈ, ਸਟੈਪ ਬਾਏ ਸਟੈਪ ਜਿਉਂ ਵਕਤ ਗੁਜ਼ਰਨਾ ਹੈ, ਉਹ ਗੰਦਮ 'ਚ ਕਿੰਨਾ ਇਜ਼ਾਫਾ ਕਰਨਾ ਹੈ? ਦੇਖੋ ਜੀ, ਗੰਦਮ ਜ਼ਰੂਰੀ ਨਹੀਂ ਕਿ ਉਹਨੂੰ ਹਰ ਰੋਜ਼ ਹੀ ਦਿੱਤੀ ਜਾਏ ਜਾਂ ਲਿਆਂਦੇ ਦੇ ਦਿਓ। ਅਸੀਂ ਬੱਚੇ ਨੇ ਬੱਕਰੀ ਸੂੰਦੀ, ਅਸੀਂ 10 ਦਿਨਾਂ ਬਾਅਦ ਉਹਨਾਂ ਨੂੰ ਗੰਦਮ ਤੇ ਲਾ ਦਿੰਦੇ ਹਾਂ, ਥੋੜ੍ਹੇ ਦਾਣੇ ਉਹਨਾਂ ਅੱਗੇ ਭਾਸ਼ਾ ਨਹੀਂ ਬੇ ਖਾਂਦੇ ਨੇ। ਗੱਲ ਕਰਨ ਦਾ ਮਕਸਦ ਹੈ ਕਿ ਜਾਨਵਰ ਨੂੰ ਤਿਆਰ ਕਰਨਾ ਤੇ ਕਣਕ ਨਾਲ ਕਰੋ। ਇਹ ਤੁਸੀਂ 2 ਮਹੀਨੇ ਉਹਨਾਂ ਨੂੰ ਪਾਓ, 3 ਮਹੀਨੇ ਪਾਓ, ਇਹ ਲਗਾਤਾਰ 11 ਮਹੀਨੇ 12 ਮਹੀਨੇ ਕਣਕ ਪਾ ਕੇ ਇਹਨਾਂ ਨੂੰ ਪਾਈ, ਇਹਦਾ ਖਰਚਾ ਬਹੁਤ ਅੱਗੇ ਨਿਕਲ ਜਾਂਦਾ। ਪੂਰਾ ਜਿਹਾ ਖਰਚਾ ਹੈ, ਆਖਰੀ 2 ਮਹੀਨੇ ਉਹਨਾਂ ਨੂੰ ਸਾਂਭ ਲਓ। ਉਸ ਤੋਂ ਪਹਿਲਾਂ ਉਹਨਾਂ ਨੂੰ ਆਮ ਪੱਠਾ ਜਿਹੜਾ ਤੁਸੀਂ ਪਾ ਸਕਦੇ ਹੋ, ਤੁਹਾਡੇ ਵਸੈਲ ਨੇ, ਕੋਈ ਵੀ ਚੀਜ਼ ਦੇ ਲੂਸਣ ਸਟਾਲਾ ਹੋਵੇ, ਚਰੀ ਮਕਈ, ਜੋ ਵੀ ਤੁਸੀਂ ਪਾ ਸਕਦੇ ਹੋ ਉਹ ਪਾਓ ਇਹਨਾਂ ਨੂੰ। ਆਖਰੀ ਜਿਹੜੇ ਤੁਹਾਡੇ ਕੋਲ 2 ਮਹੀਨੇ ਨੇ ਉਹਦੇ ਵਿੱਚ ਇਹਨਾਂ ਨੂੰ ਕਣਕ ਪਾਓ। ਇਹਨਾਂ ਨੂੰ ਮਸਲ ਤੁਸੀਂ ਕਣਕ ਨਾਲ ਤਿਆਰ ਕਰੋ, ਪਾਣੀ ਮਿੱਠਾ ਦੇ ਨਾਲ ਕਣਕ। ਜਿੱਥੇ ਆਖੋ ਜਾਨਵਰ 1.5 ਮਣ ਜਾਨਵਰ ਗੋਸ਼ਤ ਕਰਦਾ, 70 ਕਿਲੋ ਕਰਦਾ, 60 ਕਿਲੋ ਕਰਦਾ, 50 ਕਿਲੋ ਥੱਲੇ ਐਵਰੇਜ ਨਹੀਂ ਦੇ ਜਾਨਵਰ। ਲਿਆਕਤ ਸਾਹਿਬ, ਈਦ ਤੋਂ ਜਦੋਂ 2 ਮਾਹ ਰਹੀਆਂ ਨੇ, 20 ਬੱਕਰਾ ਇਹਨਾਂ ਨੂੰ ਕਿੰਨੀ ਗੰਦਮ ਖਿਲਾਣੀ ਹੈ ਰੋਜ਼ਾਨਾ ਦੀ, ਤੇ ਕਿਹੜੇ ਟਾਈਮ ਖਿਲਾਣੀ ਹੈ? ਦੇਖੋ ਜੀ, ਜਾਨਵਰ ਤੁਹਾਡਾ ਸਿਹਤ ਵਿੱਚ ਤਾਕਤਵਰ ਜਾਨਵਰ ਸਮਝਦੇ ਹੋ, ਉਹਨੂੰ ਤੁਸੀਂ ਇੱਕ ਪਾ ਕਣਕ ਤੋਂ ਸ਼ੁਰੂ ਕਰ ਦਿਓ, ਦੂਸਰੇ ਦਿਨ ਉਹਨੂੰ ਰੋਜ਼ ਵਧਾਓ। 15-18 ਦਿਨਾਂ ਦੇ ਵਿੱਚ ਜਾਨਵਰ ਨੂੰ ਤੁਸੀਂ ਕਿਲੋ ਕਣਕ ਤੇ ਖੜ ਸਕਦੇ ਹੋ। 1 ਕਿਲੋ ਤੇ ਜਾ ਕੇ ਉਹਨੂੰ ਖਿਲਾਰ ਦਿਓ। ਕਿਲੋ ਕਣਕ ਉਹਨੂੰ ਹਰ ਰੋਜ਼ ਪਾਓ, ਤੇ ਸ਼ਾਮ ਦੇ ਟਾਈਮ ਜਦੋਂ ਜਾਨਵਰ ਫੁੱਲ ਰੱਜ ਗਿਆ, ਸਮਝਿਆ ਸ਼ਾਮ ਪਈ ਹੈ, ਬਾਹਰੋਂ ਰੱਜਿਆ, ਪੱਠਿਆਂ ਨਾਲ ਰੱਜਿਆ,
ਰੱਜੇ ਜਾਨਵਰ ਤੇ ਕਣਕ ਧਰੋ, ਉਹ ਕਣਕ ਖਾਏ ਤਾਂ ਬਾਅਦ ਚ ਉਹਨੂੰ ਪਾਣੀ ਪਿਆਓ, ਪਾਣੀ ਤੋਂ ਕੋਲ ਰੱਖੋ, ਪਾਣੀ ਆਪਣੀ ਮਰਜ਼ੀ ਨਾਲ ਪੀ ਲੈਦਾ। ਸ਼ਾਮ ਦੇ ਟਾਈਮ ਖੁਰਾਕ ਪਾਣੀ, ਦਿਨੇ ਦੇ ਟਾਈਮ ਨਹੀਂ, ਦਿਨੇ ਤੁਸੀਂ ਹੋਰ ਚਾਰੇ ਜਿਹੜੇ ਆ ਉਹਨਾਂ ਨੂੰ ਇਸਤੇਮਾਲ ਕਰੋ। ਤੇ ਸਰ ਗੰਦਮ ਖਾਣ ਤੋਂ ਕਿੰਨੀ ਦੇਰ ਬਾਅਦ ਉਹਨੂੰ ਪਾਣੀ ਦੇਣਾ ਚਾਹੀਦਾ? ਕੋਈ ਮਸਲਾ ਨਹੀਂ, ਉਹ ਪਾਣੀ ਦਾ ਕੋਈ ਨੁਕਸਾਨ ਨਹੀਂ। ਜਿਹੜਾ ਜਾਨਵਰ ਗੰਦਮ ਖਾਂਦਾ ਪਾਣੀ ਨਾਲ ਜਾਨਵਰ ਨੂੰ ਕੁਝ ਨਹੀਂ ਹੁੰਦਾ ਵੀ, ਪਾਣੀ ਆਪਣੀ ਮਰਜ਼ੀ ਨਾਲ ਉਹਨੇ ਪੀਣਾ। ਉਹ ਜਿਹੜੇ ਜਾਨਵਰ ਨੂੰ ਕਦੇ ਕਿਤੇ ਮਿਲਣਾ ਨਹੀਂ, ਦੇਖੋ ਆਮ ਆਦਮੀ ਹੈ, ਮਸਲਾ ਮੈਂ ਆਵਾਂ, ਮੈਂ ਕਦੇ ਗੋਸ਼ਤ ਖਾਦਾ ਹੀ ਨਹੀਂ, ਤੇ ਮੈਂ ਕਿਤੇ ਵਿਆਹ ਸ਼ਾਦੀ ਟੁੱਟ ਗਿਆ ਤੇ ਮੈਂ ਰੋਟੀ ਖਾ ਲਈ, 2 ਨਾਨ ਖਾ ਲਏ, ਨਾਲ ਗੋਸ਼ਤ ਖਾ ਲਿਆ, ਤੇ ਮੈਨੂੰ ਤੇ ਉਹਨੇ ਨੁਕਸਾਨ ਦੇਣੇ ਜਾਇਦਾ ਆ ਗਿਆ, ਜਾਓ ਹੋਰ ਕੋਈ ਮਸਲਾ ਬਣ ਗਿਆ। ਜਿਹੜਾ ਰੂਟੀਨ ਨਾਲ ਰੋਜ਼ ਚੀਜ਼ ਉਹਦਾ ਖਾਣ ਵਾਲਾ, ਉਹਨੂੰ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ। ਜਾਨਵਰ ਨੂੰ ਰੋਜ਼ ਕਣਕ ਮਿਲਦੀ ਹੈ, ਥੋੜੀ ਥੋੜੀ ਉਹਨੂੰ ਮਿਲਦੀ ਹੈ, ਉਹਨੂੰ ਤੁਸੀਂ ਕਿਲੋ ਤੇ ਜਾ ਖਿਲਾਰ ਦਿੰਦੇ ਹੋ, ਉਹਦਾ ਕੋਈ ਨੁਕਸਾਨ ਨਹੀਂ। ਤੇ ਸਰ ਜਿਹੜਾ ਪਾਣੀ ਹੈ ਗੰਦਮ ਤੋਂ ਬਾਅਦ, ਜਿਹੜਾ ਸਾਦਾ ਪਾਣੀ ਹੈ ਉਹੀ ਬਿਹਤਰ ਹੈ ਜਾਂ ਕਿ ਪਾਣੀ ਵਿੱਚ ਕੋਈ ਚੀਜ਼ ਸ਼ਾਮਲ ਕਰ ਲਈ ਜਾਏ ਤੇ ਉਹ ਬਿਹਤਰ ਹੈ? ਪਾਣੀ ਦਾ ਤੇ ਮਕਸਦ ਹੈ ਕਿ ਜਾਨਵਰ ਪਾਣੀ ਪੀਏ ਰੱਜ ਕੇ। ਮਿੱਠਾ ਪਾਣੀ ਪਿਲਾਉਣ ਦਾ ਮਕਸਦ ਕਿ ਮਿੱਠੇ ਦੇ ਨਾਲ ਪਾਣੀ ਜਾਨਵਰ ਜ਼ਿਆਦਾ ਪੀਂਦਾ ਹੈ। ਗੰਦਮ ਦਾ ਤੇ ਪਾਣੀ ਦਾ ਕੋਈ ਨਹੀਂ, ਤੁਸੀਂ ਸਾਦਾ ਪਾਣੀ ਪਿਆਣਾ ਤੁਹਾਡੇ ਵਸਾਇਲ ਨਹੀਂ, ਸਾਦਾ ਪਾਣੀ ਪਿਆ ਜੇ ਕੋਈ ਮਸਲਾ ਨਹੀਂ। ਮਿੱਠੇ ਦਾ ਪਾਣੀ ਦਾ ਇਹ ਵੀ ਕਿ ਆਪੀ ਬੰਦੇ ਨੂੰ ਪਿਆਸ ਲੱਗੀ ਹੋਈ ਤੇ 1 ਗਲਾਸ ਪਾਣੀ ਨਹੀਂ, ਜ਼ਿਆਦਾ ਨਹੀਂ ਪੀ ਸਕਦਾ। ਤੇ ਜੇ ਸਕੰਜਵੀ ਜਾਂ ਹੋਰ ਕੋਈ ਜੂਸ ਵਗੈਰਾ ਮਿਲ ਜੇ ਤੇ ਬੰਦਾ 2 ਦੇ 4 ਵੀ ਪੀ ਲੈਂਦਾ। ਇਹੋ ਜਾਨਵਰ ਦਾ ਹਿਸਾਬ ਹੈ ਕਿ ਮਿੱਠੇ ਦੀ ਚਸ ਨਾਲ ਜਾਨਵਰ ਪਾਣੀ ਜ਼ਿਆਦਾ ਪੀਂਦਾ, ਜਾਨਵਰ ਭੁੱਲਦਾ, ਖੁਰਾਕ ਅੱਛੀ ਹਾਜ਼ਮ ਕਰਦਾ।